स्टूडेंट्स आई एम हनीश बंसल आई एम योर बिजनेस स्टडी ਲੈਕਚਰਰ। ਤਾਂ ਸਟੂਡੈਂਟਸ ਅੱਜ ਆਪਾਂ ਸਟਾਰਟ ਕਰਾਂਗੇ ਪਬਲਿਕ ਕਾਰਪੋਰੇਸ਼ਨ ਸਟੈਚੂਟਰੀ ਕਾਰਪੋਰੇਸ਼ਨ। ਇਸ ਤੋਂ ਪਹਿਲਾਂ ਆਪਾਂ ਨੇ ਜਿਹੜਾ ਡਿਪਾਰਟਮੈਂਟ ਅੰਡਰਟੇਕਿੰਗ ਕੀਤਾ ਸੀਗਾ, ਇਹ ਚੈਪਟਰ ਆਪਾਂ ਕਰ ਰਹੇ ਹਾਂ ਪ੍ਰਾਈਵੇਟ ਪਬਲਿਕ ਐਂਡ ਗਲੋਬਲ ਐਂਟਰਪ੍ਰਾਈਜ਼। ਇਸ ਚੈਪਟਰ ਦੀ ਆਪਾਂ ਇੱਕ ਵੀਡੀਓ ਆਲਰੇਡੀ ਪਾ ਚੁੱਕੇ ਹਾਂ, ਇਹ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਅਤੇ ਹੁਣ ਜਿਹੜੇ ਦੂਜਾ ਲੈਕਚਰ ਹੈ, ਦੂਜੇ ਲੈਕਚਰ ਦੇ ਵਿੱਚ ਤੀਸਰੇ ਚੈਪਟਰ ਦਾ ਦੂਸਰਾ ਲੈਕਚਰ ਉਹ ਹੈਗਾ ਪਬਲਿਕ ਕਾਰਪੋਰੇਸ਼ਨ ਸਟੈਚੂਟਰੀ ਕਾਰਪੋਰੇਸ਼ਨ। ਇਹਨਾਂ ਦੋਵਾਂ ਦਾ ਮਤਲਬ ਇੱਕੋ ਹੀ ਹੁੰਦਾ ਹੈ, ਚਾਹੇ ਪਬਲਿਕ ਕਾਰਪੋਰੇਸ਼ਨ ਕਹਿ ਦਿਓ ਚਾਹੇ ਇਹਨੂੰ ਸਟੈਚੂਟਰੀ ਕਾਰਪੋਰੇਸ਼ਨ ਕਹਿ ਦਿਓ। ਇਹ ਸਟੈਚੂਟਰੀ ਕਾਰਪੋਰੇਸ਼ਨ ਅਤੇ ਪਬਲਿਕ ਕਾਰਪੋਰੇਸ਼ਨ ਹੁੰਦਾ ਕੀ ਆ, ਇਹਨੂੰ ਧਿਆਨ ਨਾਲ ਰੱਖਿਓ। And the statutory corporation is a body corporate formed by a special act of parliament or by the central or state legislature. It is fully financed by the government. Its power, objects, limitation are also decided by the act of the legislature। ਧਿਆਨ ਨਾਲ ਸੁਣੋ, ਇਹਦੇ ਵਿੱਚ ਕਹਿੰਦੇ ਸਟੈਚੂਟਰੀ ਕਾਰਪੋਰੇਸ਼ਨ ਹੁੰਦਾ ਕੀ ਆ, ਇੱਕ ਬੋਡੀ ਦੇਖੋ ਬੋਡੀ ਕਾਰਪੋਰੇਟ ਇਹ ਸਪੈਸ਼ਲ ਇਹਨੂੰ ਕਿਵੇਂ ਬਣਾਇਆ ਜਾਂਦਾ, ਸਪੈਸ਼ਲ ਐਕਟ ਰਾਹੀਂ ਬਣਾਇਆ ਜਾਂਦਾ, ਠੀਕ ਹੈ, ਕਿਹਦੇ ਵਿੱਚ ਪਾਰਲੀਮੈਂਟ ਦੇ ਵਿੱਚ, ਠੀਕ ਹੈ। ਇਹ ਅਤੇ ਜਾਂ ਫਿਰ ਇਹਨੂੰ ਸੈਂਟਰਲ ਅਤੇ ਸਟੇਟ ਲੈਜਿਸਲੇਚਰ ਦੇ ਦੁਆਰਾ ਇਹਨੂੰ ਫੋਰਮ ਕੀਤਾ ਜਾਂਦਾ, ਠੀਕ ਹੈ। ਕਹਿੰਦੇ ਇਹ ਫੁੱਲੀ ਫਾਈਨਾਂਸਡ ਹੁੰਦਾ ਕਿਹਦਾ, ਬਾਏ ਦਾ ਗੌਰਮੈਂਟ। ਇਹਦੇ ਵਿੱਚ ਪਾਵਰ, ਓਬਜੈਕਟ, ਲਿਮੀਟੇਸ਼ਨ ਜਿੰਨੀ ਵੀ ਇਹਦੇ ਅੰਦਰ ਜਿਹੜੇ ਵੀ ਡਿਪਾਰਟਮੈਂਟ ਜਿਵੇਂ ਆਪਾਂ ਕਿਸੇ ਦੀ ਵੀ ਇਹਦੇ ਅੰਡਰ ਆਉਂਦੇ ਨੇ, ਜੋ ਆਪਾਂ ਪਬਲਿਕ ਕਾਰਪੋਰੇਸ਼ਨ ਜਾਂ ਸਟੈਚੂਟਰੀ ਕਾਰਪੋਰੇਸ਼ਨ ਦੇ ਅੰਡਰ ਆਉਂਦੇ ਨੇਗੇ, ਉਹਨਾਂ ਦੀ ਜਿਹੜੀ ਪਾਵਰ ਹੁੰਦੀ ਹੈ ਜਾਂ ਓਬਜੈਕਟ ਹੁੰਦਾ ਚਾਹੇ ਲਿਮੀਟੇਸ਼ਨ, ਉਹ ਕਿੱਥੇ ਡਿਸਾਈਡ ਹੁੰਦੀ ਹੈ, ਐਕਟ ਆਫ ਲੈਜਿਸਲੇਚਰ। ਮਤਲਬ ਸਾਰਾ ਕੁਛ ਐਕਟ ਦੇ ਅੰਦਰ ਲਿਖਿਆ ਹੋਇਆ ਹੈ, ਜਾਂ ਇਸ ਐਕਟ ਦੇ ਵਿੱਚ ਆਹ ਚੀਜ਼ਾਂ ਗੱਲਾਂ ਲਿਖੀਆਂ ਹੁੰਦੀਆਂ। ਹੁਣ ਇਹਦੇ ਅੰਦਰ ਕਿਹੜੇ ਚੀਜ਼ਾਂ ਆਉਂਦੀਆਂ ਨੇਗੀਆਂ, ਜਿਵੇਂ ਇੰਡੀਅਨ ਏਅਰਲਾਈਨਸ ਪਬਲਿਕ ਕਾਰਪੋਰੇਸ਼ਨ ਹੁੰਦੇ ਨੇਗੇ, ਜਾਂ ਇਹਨੂੰ ਸਟੈਚੂਟਰੀ ਕਾਰਪੋਰੇਸ਼ਨ ਕਹਿ ਦਿੰਦੇ ਆ। ਏਅਰ ਇੰਡੀਆ ਵੀ ਕੀ ਹੈ, ਸਟੈਚੂਟਰੀ ਕਾਰਪੋਰੇਸ਼ਨ ਹੁੰਦੇ ਨੇਗੇ। SBI ਸਟੇਟ ਬੈਂਕ ਆਫ ਇੰਡੀਆ, ਇਹ ਵੀ ਕੀ ਹੈ, ਇੱਕ ਸਟੈਚੂਟਰੀ ਕਾਰਪੋਰੇਸ਼ਨ ਹੈ। ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ, ਇਹ ਵੀ ਸਟੈਚੂਟਰੀ ਕਾਰਪੋਰੇਸ਼ਨ ਹੈ। ਫੂਡ ਕਾਰਪੋਰੇਸ਼ਨ ਆਫ ਇੰਡੀਆ ਵੀ ਸਟੈਚੂਟਰੀ ਕਾਰਪੋਰੇਸ਼ਨ ਹੈ। ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ, ਇਹ ਸਾਰੀ ਐਗਜ਼ਾਮਪਲਾਂ ਨੇ ਜੋ ਤੁਹਾਨੂੰ ਮੈਂ ਦੱਸਿਆ ਕਿ ਸਟੈਚੂਟਰੀ ਕਾਰਪੋਰੇਸ਼ਨ ਦੇ ਵਿੱਚ ਆਹ ਸਾਰੀ ਚੀਜ਼ਾਂ ਇਹਦੇ ਅੰਦਰ ਆ ਜਾਂਦੀਆਂ ਨੇਗੀਆਂ। ਤਾਂ ਸਟੂਡੈਂਟਸ ਤੁਹਾਨੂੰ ਇਹ ਸਾਰਾ ਚੀਜ਼ ਕਲੀਅਰ ਹੋ ਗਿਆ ਹੋਊਗਾ। ਅੱਗੇ ਕੀ ਆਉਂਦਾ, ਫੀਚਰਸ ਕੀ ਨੇਗੇ ਪਬਲਿਕ ਕਾਰਪੋਰੇਸ਼ਨ ਦੇ। ਕਹਿੰਦੇ ਇਟ ਇਜ਼ ਕ੍ਰੀਏਟਡ ਬਾਏ ਐਨ ਐਕਟ ਆਫ ਪਾਰਲੀਮੈਂਟ ਔਰ ਸੈਂਟਰਲ ਔਰ ਸਟੇਟ ਲੈਜਿਸਲੇਚਰ। ਹੁਣ ਦੱਸਿਆ ਹੀ ਇੱਥੇ ਵੀ ਮੈਂ ਦੱਸਿਆ, ਇਹ ਕਿਤੇ ਸਪੈਸ਼ਲ ਐਕਟ ਦੇ ਰਾਹੀਂ ਪਾਰਲੀਮੈਂਟ ਅਤੇ ਸੈਂਟਰਲ ਅਤੇ ਸਟੇਟ ਲੈਜਿਸਲੇਚਰ ਦੁਆਰਾ ਕੀ ਹੈ, ਫੋਰਮ ਕੀਤੇ ਜਾਂਦੇ ਨੇ, ਬਣਾਏ ਜਾਂਦੇ ਨੇ। ਕ੍ਰੀਏਟਡ ਕੀਤਾ ਜਾਂ ਕ੍ਰੀਏਟ ਕਰਨਾ ਜਾਂ ਫੋਰਮ ਕਰਨਾ ਇੱਕੋ ਹੀ ਗੱਲ ਹੈ। ਕਹਿੰਦੇ ਇਹਦੇ ਵਿੱਚ ਜਿਹੜੀ ਪਾਵਰ, ਓਬਜੈਕਟਿਵ ਅਤੇ ਲਿਮੀਟੇਸ਼ਨ ਪਬਲਿਕ ਕਾਰਪੋਰੇਸ਼ਨ ਦੀ ਹੈ, ਇਹ ਕਿੱਥੇ ਡਿਫਾਈਨ ਕੀਤੀ ਜਾਂਦੀ ਹੈ, ਇਹ ਦੇਖੋ ਇੱਥੇ ਮੈਂ ਤੁਹਾਨੂੰ ਦਿਖਾ ਰਿਹਾ, ਇਹ ਐਕਟ ਦੁਆਰਾ ਹੀ ਡਿਫਾਈਨ ਕੀਤੀ ਜਾਂਦੀ ਹੈ। ਇੱਥੇ ਵੀ ਮੈਂ ਤੁਹਾਨੂੰ ਦੱਸਿਆ ਸੀ ਇਹਦੀ ਪਾਵਰ, ਓਬਜੈਕਟ, ਲਿਮੀਟੇਸ਼ਨ ਕਿਹਦੇ ਦੁਆਰਾ ਡਿਸਾਈਡਡ ਹੈ, ਐਕਟ ਦੇ ਦੁਆਰਾ। ਉਹੀ ਚੀਜ਼ ਇੱਥੇ ਲਿਖੀ ਹੋਈ ਆ। ਕਹਿੰਦੇ ਇਟ ਓਪਰੇਟਸ ਅੰਡਰ, ਮੈਂ ਤੁਹਾਨੂੰ ਇਹਨੂੰ ਜ਼ੂਮ ਕਰਕੇ ਦਿਖਾ ਦਿੰਦਾ, ਦੇਖੋ ਸਾਰਿਆਂ ਨੂੰ ਦਿਖ ਰਿਹਾ ਹੋਊਗਾ। ਚਲੋ ਦੇਖੋ, ਇਟ ਓਪਰੇਟਸ ਅੰਡਰ ਟੋਟਲ ਕੰਟਰੋਲ ਆਫ ਸੈਂਟਰਲ ਔਰ ਸਟੇਟ ਗੌਰਮੈਂਟ। ਕਹਿੰਦੇ ਇਹਦੇ ਵਿੱਚ ਜਿਹੜਾ ਸਾਰਾ ਦਾ ਸਾਰਾ ਟੋਟਲ ਕੰਟਰੋਲ ਹੁੰਦਾ ਸੈਂਟਰਲ ਅਤੇ ਸਟੇਟ ਗੌਰਮੈਂਟ ਦਾ ਹੁੰਦਾ। ਕਹਿੰਦੇ ਇਹ ਇੱਕ ਸੈਪਰੇਟ ਲੀਗਲ ਐਂਟਿਟੀ ਹੈ, ਠੀਕ ਹੈ। ਇਟ ਗੈਟਸ ਇਨਕੋਰਪੋਰੇਟਡ ਆਟੋਮੈਟਿਕਲੀ ਵੈਨ ਐਕਟ ਇਜ਼ ਪਾਸਡ ਇਨ ਦਾ ਪਾਰਲੀਮੈਂਟ। ਕਹਿੰਦੇ ਇੱਕ ਸੈਪਰੇਟ ਲੀਗਲ ਐਂਟਿਟੀ ਹੁੰਦੀ ਹੈ, ਅਲੱਗ ਹੁੰਦੀ ਹੈ ਇਹ। ਕਹਿੰਦੇ ਇਟ ਗੈਟਸ ਇਨਕੋਰਪੋਰੇਟਡ ਆਟੋਮੈਟਿਕਲੀ ਵੈਨ ਐਕਟ ਇਜ਼ ਪਾਸਡ ਇਨ ਦਾ ਪਾਰਲੀਮੈਂਟ। ਕਹਿੰਦੇ ਕੀ ਹੈ, ਇੱਥੇ ਆਪਾਂ ਪੜ੍ਹ ਰਹੇ ਸੀ ਗਵਰਨਮੈਂਟ ਤੋਂ ਅਲੱਗ, ਗਵਰਨਮੈਂਟ ਦੇ ਨਾਲ, ਮਤਲਬ ਗਵਰਨਮੈਂਟ ਚਾਹੇ ਉਹਨੂੰ ਡਿਪਾਰਟਮੈਂਟਲ ਰੇਲਵੇਜ਼ ਹੋ ਗਿਆ, ਪਿੱਛੇ ਆਪਾਂ ਪੜ੍ਹ ਕੇ ਹਟੇ ਹਾਂ ਜਿਹੜੀ ਡਿਪਾਰਟਮੈਂਟਲ ਅੰਡਰਟੇਕਿੰਗ ਆ, ਰੇਲਵੇਜ਼ ਹੋ ਗਈਆਂ, ਉਹ ਗੌਰਮੈਂਟ ਇੱਕੋ ਹੀ ਹੈ, ਇਹ ਅਲੱਗ ਨਹੀਂ ਹੈਗੇ, ਸੈਪਰੇਟ ਲੀਗਲ ਐਂਟਿਟੀ ਨਹੀਂ ਹੈਗੀ। ਪਰ ਇਹਦੇ ਵਿੱਚ ਇਹ ਕੀ ਹੈ, ਇੱਕ ਸੈਪਰੇਟ ਲੀਗਲ ਐਂਟਿਟੀ ਹੈ, ਇਹ ਅਲੱਗ ਹੁੰਦੇ ਨੇਗੇ। ਮਤਲਬ SBI ਅਲੱਗ ਹੋਏਗੀ, ਇਹ ਸੈਪਰੇਟ ਲੀਗਲ ਐਂਟਿਟੀ ਅਲੱਗ ਹੈ, ਇਹਦੀ ਹੋਂਦ ਅਲੱਗ ਹੈ, ਉਹਦੇ ਵਿੱਚ ਉਹਦੀ ਹੋਂਦ ਅਲੱਗ ਨਹੀਂ ਹੈਗੀ ਸੀਗੀ, ਇਹ ਯਾਦ ਰੱਖਣਾ। ਐਂਡ ਇਟ ਇਜ਼ ਮੈਨੇਜਡ ਬਾਏ ਬੋਰਡ ਆਫ ਡਾਇਰੈਕਟਰ ਹੂ ਆਰ ਨੋਮੀਨੇਟਡ ਬਾਏ ਦਾ ਗਵਰਨਮੈਂਟ। ਕਹਿੰਦੇ ਇਹਨੂੰ ਕੌਣ ਮੈਨੇਜ ਕਰਦਾ, ਬੋਰਡ ਆਫ ਡਾਇਰੈਕਟਰ ਮੈਨੇਜ ਕਰਦੇ ਨੇਗੇ, ਜੋ ਕਿਹਦੇ ਦੁਆਰਾ ਨੋਮੀਨੇਟ ਕੀਤੇ ਜਾਂਦੇ ਨੇ, ਗਵਰਨਮੈਂਟ ਦੁਆਰਾ। ਕਹਿੰਦੇ ਦ ਪਬਲਿਕ ਕਾਰਪੋਰੇਸ਼ਨ ਹੈਜ਼ ਇਟਸ ਓਨ ਰੂਲ ਆਫ ਰਿਕਰੂਟਮੈਂਟ ਐਂਡ ਰੈਮੂਨਰੇਸ਼ਨ ਫॉर ਇਟਸ ਸਟਾਫ ਐਂਡ ਇੰਪਲੋਈ। ਕਹਿੰਦੇ ਇਹਨਾਂ ਦੇ ਜਿਹੜੇ ਖੁਦ ਦੇ ਰੂਲ ਹੁੰਦੇ ਨੇਗੇ, ਜਿਵੇਂ SBI ਹੋ ਗਿਆ, ਏਅਰ ਇੰਡੀਆ ਹੋ ਗਿਆ, ਏਅਰਲਾਈਨਸ ਹੋ ਗਿਆ, ਇਹਨਾਂ ਦੇ ਖੁਦ ਦੇ ਰੂਲ ਹੁੰਦੇ ਨੇ।
ਇਹ ਆਪਣੇ ਸਟਾਫ ਨੂੰ ਖੁਦ ਆਪਦੇ ਮੁਤਾਬਿਕ ਹੀ ਰਿਕਰੂਟ ਕਰਦੇ ਨੇ, ਭਰਤੀ ਕਰਦੇ ਨੇ, ਉਹਨਾਂ ਦੀ ਸੈਲਰੀ ਵੀ ਇਹ ਆਪਦੇ ਮੁਤਾਬਿਕ ਹੀ ਤੈਅ ਕਰਦੇ ਨੇਗੇ। ਠੀਕ ਹੈ। ਇਹ ਇਟ ਇੰਜੋਏ ਐਡਮਿਨਿਸਟ੍ਰੇਟਿਵ ਐਟੋਨੋਮੀ ਐਜ਼ ਇਟ ਇਜ਼ ਰਿਲੇਟਿਵਲੀ ਫ੍ਰੀ ਫਰੋਮ ਪੋਲੀਟੀਕਲ ਇੰਟਰਫੇਰੈਂਸ। ਕਹਿੰਦੇ ਇਹ ਪੋਲੀਟੀਕਲ ਇੰਟਰਫੇਰੈਂਸ ਤੋਂ ਕੀ ਹੁੰਦੇ ਨੇਗੇ, ਫ੍ਰੀ ਹੁੰਦੇ ਨੇ, ਜਿਸ ਵਜ੍ਹਾ ਨਾਲ ਇਹ ਆਪਣੇ ਐਡਮਿਨਿਸਟ੍ਰੇਸ਼ਨ ਐਟੋਨੋਮੀ ਨੂੰ ਕੀ ਕਰਦੇ ਨੇ, ਇੰਜੋਏ ਕਰਦੇ ਨੇ। ਹੁਣ ਤੁਹਾਨੂੰ ਮੈਂ ਇੱਥੇ ਤੱਕ ਕਰਾਇਆ, ਦੁਬਾਰਾ ਦੇਖੋ। ਕਹਿੰਦੇ ਜਿਹੜੇ ਪਬਲਿਕ ਕਾਰਪੋਰੇਸ਼ਨ, ਸਟੈਚੂਰੀ ਕਾਰਪੋਰੇਸ਼ਨ ਕੀ ਹੁੰਦਾ, ਇੱਕ ਬੋਡੀ ਕਾਰਪੋਰੇਟ ਹੈ, ਫੋਰਮ ਕੀਤਾ ਜਾਂਦਾ ਐਕਟ ਦੇ ਰਾਹੀਂ ਫੋਰਮ ਕੀਤਾ ਜਾਂਦਾ ਇਹ, ਜਾਂ ਸੈਂਟਰਲ ਸਟੇਟ ਲੈਜਿਸਲੇਚਰ। ਠੀਕ ਹੈ। ਫੁੱਲੀ ਫਾਈਨਾਂਸਡ ਹੁੰਦੇ ਨੇ ਗੌਰਮੈਂਟ। ਇਹਨਾਂ ਦੀ ਪਾਵਰ, ਆਬਜੈਕਟ ਅਤੇ ਲਿਮਿਟੇਸ਼ਨ ਕਿੱਥੇ ਡਿਫਾਈਨ ਹੁੰਦੀ ਹੈ, ਐਕਟ ਦੇ ਵਿੱਚ। ਇਹਦੇ ਵਿੱਚ ਕਿਹੜੇ ਕਿਹੜੇ ਆ ਜਾਂਦੇ ਨੇ, ਏਅਰਲਾਈਨਸ, ਏਅਰ ਇੰਡੀਆ, ਸਟੇਟ ਬੈਂਕ ਆਫ ਇੰਡੀਆ, ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਇਹ ਸਾਰੇ ਇਹਦੇ ਅੰਦਰ ਆ ਜਾਂਦੇ ਨੇਗੇ। ਠੀਕ ਹੈ। ਫੀਚਰ ਕਿਹੜੇ ਕਿਹੜੇ ਆ ਜਾਂਦੇ ਅੰਦਰ, ਇਹ ਕਿਹਦੇ ਦੁਆਰਾ ਕ੍ਰੀਏਟ ਕੀਤਾ ਜਾਂਦਾ, ਐਕਟ ਦੇ ਰਾਹੀਂ ਕ੍ਰੀਏਟ ਕੀਤਾ ਜਾਂਦਾ। ਜੋ ਸੈਂਟਰਲ ਔਰ ਸਟੇਟ ਲੈਜਿਸਲੇਚਰ ਹੁੰਦੇ ਨੇ, ਇਹਨਾਂ ਦੀ ਪਾਵਰ, ਆਬਜੈਕਟਿਵ, ਲਿਮਿਟੇਸ਼ਨ ਇਹ ਕਿੱਥੇ ਡਿਫਾਈਨ ਹੈ, ਐਕਟ ਦੇ ਵਿੱਚ ਡਿਫਾਈਨ ਹੈ। ਇਹਦੇ ਵਿੱਚ ਸਾਰਾ ਟੋਟਲ ਕੰਟਰੋਲ ਕਿਹਦਾ ਹੁੰਦਾ, ਸੈਂਟਰਲ ਅਤੇ ਸਟੇਟ ਗੌਰਮੈਂਟ ਦਾ ਹੁੰਦਾ। ਕਹਿੰਦੇ ਇਹਦੇ ਵਿੱਚ ਸੈਪਰੇਟ ਲੀਗਲ ਐਂਟਿਟੀ ਹੁੰਦੀ ਹੈ, ਇਹਨਾਂ ਦੀ ਅਲੱਗ ਹੋਂਦ ਹੁੰਦੀ ਹੈ। ਠੀਕ ਹੈ। ਅਤੇ ਇਹਨਾਂ ਦੇ ਜਿਹੜੇ ਵੀ ਇਹਨੂੰ ਮੈਨੇਜ ਕਰਦਾ, ਬੋਰਡ ਆਫ ਡਾਇਰੈਕਟਰ ਮੈਨੇਜ ਕਰਦਾ, ਜੋ ਕਿਹਦੇ ਦੁਆਰਾ ਮਤਲਬ ਅਪੁਆਇੰਟ ਕੀਤਾ ਜਾਂਦਾ, ਨੋਮੀਨੇਟ ਕੀਤਾ ਜਾਂਦਾ ਗੌਰਮੈਂਟ ਦੁਆਰਾ। ਕੋਈ ਬੰਦਾ ਅਪੁਆਇੰਟ ਕੀਤਾ ਜਾਂਦਾ ਪਰ ਗੌਰਮੈਂਟ ਦੁਆਰਾ ਨੋਮੀਨੇਟ ਕੀਤਾ ਜਾਂਦਾ। ਇਹਦੇ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਨੇ ਇਹਨਾਂ ਦੇ ਖੁਦ ਦੇ ਹੁੰਦੇ ਨੇ। ਸਟਾਫ ਦੀ ਸੈਲਰੀ ਵੀ ਖੁਦ ਆਪਣੇ ਰੂਲ ਐਂਡ ਰੈਗੂਲੇਸ਼ਨ ਦੇ ਅਕੋਰਡਿੰਗ ਡਿਸਾਈਡ ਕਰਦੇ ਨੇ। ਇਹਦੇ ਵਿੱਚ ਪੋਲੀਟੀਕਲ ਇੰਟਰਫੇਅਰੈਂਸ ਕੀ ਹੁੰਦਾ ਹੈ ਸਟੂਡੈਂਟਸ, ਘੱਟ ਹੁੰਦਾ ਜਾਂ ਫ੍ਰੀ ਹੁੰਦਾ, ਜਿਸ ਵਜ੍ਹਾ ਨਾਲ ਇਹ ਆਪਣੇ ਐਡਮਿਨਿਸਟ੍ਰੇਸ਼ਨ ਐਟੋਨੋਮੀ ਨੂੰ ਕੀ ਕਰਦੇ ਨੇ, ਇੰਜੋਏ ਕਰਦੇ ਨੇ। ਦੇਖੋ ਸਟੂਡੈਂਟਸ ਅੱਗੇ 8ਵਾਂ ਪੁਆਇੰਟ, ਕਹਿੰਦੇ ਇਹਨਾਂ ਦਾ ਮੇਨ ਮੋਟਿਵ ਕੀ ਹੈ, ਪਬਲਿਕ ਕਾਰਪੋਰੇਸ਼ਨ ਇਜ਼ ਅ ਸਰਵਿਸ ਟੂ ਜਨਰਲ ਪਬਲਿਕ। ਇਹਨਾਂ ਦਾ ਮੇਨ ਮਕਸਦ ਕੀ ਹੈ, ਜਨਰਲ ਪਬਲਿਕ ਨੂੰ, ਆਮ ਜਨਤਾ ਨੂੰ ਕੀ ਹੈ, ਸਰਵਿਸਿਜ਼ ਦੇਣਾ। ਠੀਕ ਹੈ। ਇਟ ਇਜ਼ ਅਕਾਊਂਟੇਬਲ, ਅਕਾਊਂਟੇਬਲ ਦਾ ਮਤਲਬ ਹੁੰਦਾ ਜਵਾਬਦੇਹੀ। ਇਟ ਇਜ਼ ਅਕਾਊਂਟੇਬਲ ਟੂ ਪਾਰਲੀਮੈਂਟ ਔਰ ਸਟੇਟ ਲੈਜਿਸਲੇਚਰ ਫॉर ਇਟਸ ਆਪਰੇਸ਼ਨ। ਇਟ ਹੈਜ਼ ਟੂ ਸਬਮਿਟ ਇਟਸ ਐਨੂਅਲ ਰਿਪੋਰਟ ਔਨ ਇਟਸ ਵਰਕਿੰਗ। ਕਹਿੰਦੇ ਅਕਾਊਂਟੇਬਲ ਹੁੰਦੇ ਨੇ ਪਾਰਲੀਮੈਂਟ ਨੂੰ, ਕਹਿੰਦੇ ਔਰ ਸਟੇਟ ਲੈਜਿਸਲੇਚਰ ਨੂੰ ਕੀ ਹੁੰਦੇ ਨੇਗੇ, ਅਕਾਊਂਟੇਬਲ ਹੁੰਦੇ ਨੇਗੇ। ਇਹ ਆਪਣੇ ਜਿਹੜੇ ਐਨੂਅਲ ਰਿਪੋਰਟਸ ਹੁੰਦੀਆਂ ਨੇ ਜਾਂ ਕੋਈ ਕੰਮ ਹੈ, ਇਹ ਕੀ ਕਰਦੇ ਨੇਗੇ, ਟਾਈਮ ਟੂ ਟਾਈਮ ਕੀ ਕਰਦੇ ਨੇ, ਸਬਮਿਟ ਕਰਦੇ ਨੇਗੇ। ਮਤਲਬ ਪਾਰਲੀਮੈਂਟ ਨੂੰ ਜਵਾਬਦੇਹੀ ਰਹਿਣਗੇ, ਸਟੇਟ ਲੈਜਿਸਲੇਚਰ ਜਾਂ ਆਪਣੇ ਸਟੇਟ ਲੈਜਿਸਲੇਚਰ ਨੂੰ ਜਵਾਬਦੇਹੀ ਰਹਿਣਗੇ। ਇਹ ਆਪਣੀ ਜਿਹੜੀ ਐਨੂਅਲ ਰਿਪੋਰਟਸ ਹੋਣਗੀਆਂ, ਜਿਹੜਾ ਵੀ ਇਹਨਾਂ ਦਾ ਐਨੂਅਲ ਰਿਪੋਰਟ ਬਣੇਗੀ, ਕੀ ਹਿਸਾਬ ਕਿਤਾਬ ਹੈ, ਉਹ ਸਾਰੀ ਦੀ ਸਾਰੀ ਰਿਪੋਰਟ ਇਹ ਟਾਈਮ ਟੂ ਟਾਈਮ ਪਾਰਲੀਮੈਂਟ ਨੂੰ ਕੀ ਕਰਦੇ ਰਹਿਣਗੇ, ਪ੍ਰੋਵਾਈਡ ਕਰਦੇ ਰਹਿਣਗੇ। The accounts of public corporation are generally audited by the comptroller and auditor general। ਜਿਨ੍ਹਾਂ ਦਾ ਇਹਨਾਂ ਦਾ ਆਡਿਟ ਕੀਤਾ ਜਾਂਦਾ ਉਹ ਕਿਹਦੇ ਦੁਆਰਾ ਕੀਤਾ ਜਾਂਦਾ, ਕੰਪਟਰੋਲਰ ਔਰ ਆਡੀਟਰ ਜਨਰਲ ਦੁਆਰਾ ਕੀਤਾ ਜਾਂਦਾ। ਹੁਣ ਆਹ ਕੌਣ ਹੁੰਦੇ ਨੇ, ਇਹ ਚਾਰਟਰਡ ਅਕਾਊਂਟੈਂਟ ਹੁੰਦੇ ਨੇਗੇ, CA ਹੁੰਦੇ ਨੇ, ਜੋ ਚਾਰਟਰਡ ਅਕਾਊਂਟੈਂਟ ਤੋਂ ਬਾਅਦ ਸਰਕਾਰੀ ਪੇਪਰ ਹੁੰਦਾ ਜੋ ਜਿਹਦੇ ਦਾਇਰੇ ਦੇ ਵਿੱਚ ਕੰਪਟਰੋਲਰ ਆਡੀਟਰ ਜਨਰਲ ਬਣਦੇ ਆ, ਤਾਂ ਉਹੀ ਇਹਨਾਂ ਦਾ ਆਡਿਟ ਕਰਦੇ ਨੇ। ਇਹਨਾਂ ਦੀ ਪਹੁੰਚ ਸਭ ਤੋਂ ਹਾਈ ਲੈਵਲ ਦੀ ਹੁੰਦੀ ਆ। ਠੀਕ ਹੈ। ਆਡਿਟ ਕਰਨਾ ਦਾ ਮਤਲਬ ਕੀ ਹੁੰਦਾ, ਆਡਿਟ ਦਾ ਮਤਲਬ ਹੁੰਦਾ ਹਿਸਾਬ ਕਿਤਾਬ ਚੈੱਕ ਕਰਨਾ ਕਿ ਉਹ ਸਹੀ ਬਣਿਆ ਜਾਂ ਨਹੀਂ ਬਣਿਆ, ਉਹਨੂੰ ਕਹਿੰਦੇ ਨੇ ਆਡਿਟ। ਠੀਕ ਹੈ। ਅਤੇ ਹੁਣ ਇਹਨਾਂ ਦਾ ਯਾਦ ਰੱਖਣਾ ਕਿ ਇਹਨਾਂ ਤੋਂ ਕੌਣ ਆਡਿਟ ਕਰਦਾ, ਕੰਪਟਰੋਲਰ ਐਂਡ ਆਡੀਟਰ ਜਨਰਲ, ਯਾਦ ਰੱਖਣਾ ਹੈ। ਅੱਗੇ ਆਉਂਦਾ ਮੈਰਿਟਸ। ਮੈਰਿਟਸ ਕੀ ਹੁੰਦੇ ਨੇ, ਮੈਰਿਟਸ ਜਾਂ ਐਡਵਾਂਟੇਜਸ। ਕਹਿੰਦੇ ਇਹਨਾਂ ਦਾ ਐਡਮਿਨਿਸਟ੍ਰੇਟਿਵ ਐਟੋਨੋਮੀ। ਕਹਿੰਦੇ ਇਹ ਪਬਲਿਕ ਕਾਰਪੋਰੇਸ਼ਨ ਇਜ਼ ਏਬਲ ਟੂ ਮੈਨੇਜ ਇਟਸ ਅਫੇਅਰ ਵਿਦ ਇੰਡੀਪੈਂਡੈਂਸ ਐਂਡ ਫਲੈਕਸੀਬਲ। ਕਹਿੰਦੇ ਇਹਨਾਂ ਦਾ ਜਿਹੜਾ ਮੈਨੇਜਮੈਂਟ ਸਿਸਟਮ ਹੁੰਦਾ ਉਹ ਇੰਡੀਪੈਂਡੈਂਸ ਹੁੰਦਾ। ਠੀਕ ਹੈ। ਡਿਪੈਂਡੈਂਟ ਨਹੀਂ ਹੁੰਦਾ, ਇੰਡੀਪੈਂਡੈਂਸ ਹੁੰਦਾ। ਅਤੇ ਇਹ ਫਲੈਕਸੀਬਲ ਹੁੰਦਾ, ਆਪਣੇ ਰੂਲ ਐਂਡ ਰੈਗੂਲੇਸ਼ਨ ਦੇ ਅਕੋਰਡਿੰਗ ਜਦੋਂ ਵੀ ਕੋਈ ਸਿਚੁਏਸ਼ਨ ਆਉਂਦੀ ਹੈ ਉਹਨੂੰ ਚੇਂਜ ਕਰ ਸਕਦੇ ਨੇਗੇ। ਇਹਨਾਂ ਦੇ ਜਿਹੜੇ ਡਿਸੀਜ਼ਨ ਹੁੰਦੇ ਨੇਗੇ ਸਟੂਡੈਂਟਸ, ਇਹਨਾਂ ਦੇ ਜਿਹੜੇ ਕੁਇਕ ਡਿਸੀਜ਼ਨ ਦੇਖੋ, ਇਹਨਾਂ ਦੇ ਜਿਹੜੇ ਇਹ ਫ੍ਰੀ ਹੁੰਦੇ ਨੇ ਰੈੱਡ ਟੈਪਿਜ਼ਮ। ਰੈੱਡ ਟੈਪਿਜ਼ਮ ਦਾ ਮੈਂ ਤੁਹਾਨੂੰ ਪਿੱਛੇ ਸਮਝਾਇਆ ਸੀਗਾ ਕਿ ਕੁਝ ਜਿਨ੍ਹਾਂ ਦੇ ਡਿਸੀਜ਼ਨ ਸਲੋ ਹੁੰਦੇ ਨੇ, ਹਰ ਡਿਸੀਜ਼ਨ 'ਤੇ ਸੋਚ ਵਿਚਾਰ ਕਰਨਾ, ਬਹੁਤ ਸਾਰਾ ਲੇਟ ਪ੍ਰੋਸੈਸ ਹੈ, ਤਾਂ ਉਹ ਇਹਨਾਂ ਤੋਂ ਫ੍ਰੀ ਹੁੰਦੇ ਨੇ। ਤਾਂ ਇਹ ਆਪਣੇ ਕੋਈ ਵੀ ਜ਼ਿਆਦਾ ਵਰਕ ਫੋਰਮੈਲਿਟੀਜ਼ ਨਹੀਂ ਕਰਦੇ। ਜਦੋਂ ਵੀ ਇਹਨਾਂ ਨੂੰ ਕੋਈ ਕੰਮ ਕਰਾਉਣਾ ਹੁੰਦਾ ਜਾਂ ਕੁਛ ਜ਼ਰੂਰਤ ਹੁੰਦੀ ਹੈ ਤਾਂ ਇਹ ਆਪਣੇ ਕੁਇਕ ਡਿਸੀਜ਼ਨ ਲੈ ਕੇ ਆਪਣੇ ਕੰਮ ਨੂੰ ਅੰਜਾਮ ਦੇ ਸਕਦੇ ਨੇ। ਅੱਗੇ ਆ ਜਾਂਦਾ ਸਰਵਿਸ ਮੋਟਿਵ। ਇਹਨਾਂ ਦਾ ਜਿਹੜਾ ਸਰਵਿਸ ਮੋਟਿਵ ਮਕਸਦ ਹੁੰਦਾ ਹੈ ਆਪਣੀ ਆਮ ਜਨਤਾ ਨੂੰ ਮਤਲਬ ਉਹਨਾਂ ਦੀ ਪ੍ਰੋਟੈਕਸ਼ਨ ਦੇ ਅਕੋਰਡਿੰਗ ਹੀ ਸਰਵਿਸਿਜ਼ ਉਹਨਾਂ ਦੀ ਪ੍ਰੋਵਾਈਡ ਕਰਦੇ ਨੇਗੇ। ਇਹਨਾਂ ਦੇ ਵਿੱਚ ਜਿਹੜਾ ਸਟਾਫ ਹੁੰਦਾ ਉਹ ਕੀ ਹੁੰਦਾ, ਐਫੀਸ਼ੀਐਂਟ ਹੁੰਦਾ।
ਐਫੀਸ਼ੀਐਂਟ ਸਟਾਫ ਹੁੰਦਾ। And then the public corporation can have their own rule and regulation regarding remuneration recruitment of employee. It can provide better facility and attractive terms of services to staff to secure efficient working from it staff ਹੁੰਦਾ। ਇਹਨਾਂ ਦਾ ਜਿਹੜਾ ਐਫੀਸ਼ੀਐਂਟ ਸਟਾਫ ਹੁੰਦਾ, ਐਫੀਸ਼ੀਐਂਟ ਸਟਾਫ ਦਾ ਮਤਲਬ ਇਹਨਾਂ ਦੇ ਖੁਦ ਦੇ ਆਨ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ, ਆਪਦੇ ਦੇ ਹਿਸਾਬ ਨਾਲ ਹੀ ਰੈਮੂਨਰੇਸ਼ਨ ਤੈਅ ਕਰਦੇ ਨੇ, ਰਿਕਰੂਟਮੈਂਟ ਕਰਦੇ ਨੇ। ਜਿਹੜਾ ਵੀ ਬੈਟਰ ਅਟਰੈਕਟਿਵ ਮਤਲਬ ਐਫੀਸ਼ੀਐਂਟ ਸਟਾਫ ਨੂੰ ਉਹ ਕੀ ਕਹਿੰਦੇ ਨੇਗੇ, ਜ਼ਿਆਦਾ ਇਨਸੈਂਟਿਵਸ ਵੀ ਦਿੰਦੇ ਨੇਗੇ, ਮਤਲਬ ਜ਼ਿਆਦਾ ਕੰਮ ਦੇ ਉੱਤੇ ਉਹਨਾਂ ਨੂੰ ਫਾਇਦੇ ਵੀ ਦਿੰਦੇ ਨੇ। ਇਸ ਲਈ ਇਹਨਾਂ ਦਾ ਜਿਹੜਾ ਸਟਾਫ ਹੁੰਦਾ ਜ਼ਿਆਦਾਤਰ ਐਫੀਸ਼ੀਐਂਟ ਹੁੰਦਾ। ਅੱਗੇ ਆਉਂਦਾ ਪ੍ਰੋਫੈਸ਼ਨਲ ਮੈਨੇਜਮੈਂਟ ਐਂਡ ਇਟਸ ਬੋਰਡ ਆਫ ਡਾਇਰੈਕਟਰ ਕੰਸਿਸਟ ਆਫ business expert and also the representative the various groups such as labor consumer and nominated by the government। ਕਹਿੰਦੇ ਹੁਣ ਪ੍ਰੋਫੈਸ਼ਨਲ ਮੈਨੇਜਮੈਂਟ ਹੁੰਦੀ ਹੈ। ਪ੍ਰੋਫੈਸ਼ਨਲ ਮੈਨੇਜਮੈਂਟ ਵਿੱਚ ਹਰ ਏਰੀਆ ਦੇ ਵਿੱਚ ਬਹੁਤ ਸਾਰੇ ਏਰੀਆਜ਼ ਹੁੰਦੇ ਨੇਗੇ। ਲੇਬਰ ਹਰੇਕ ਦਾ ਅਲੱਗ ਅਲੱਗ ਗਰੁੱਪ ਬਣਿਆ ਹੁੰਦਾ, ਤਾਂ ਹਰੇਕ ਦੇ ਵਿੱਚ ਇਹ ਆਪਣੇ ਐਕਸਪਰਟ ਪਰਸਨ ਨੂੰ ਕੰਮ 'ਤੇ ਲਾਉਂਦੇ ਨੇ ਤਾਂ ਜੋ ਕੰਮ ਬੈਟਰ ਤੋਂ ਬੈਟਰ ਤਰੀਕੇ ਨਾਲ ਹੋ ਸਕੇ। ਅੱਗੇ ਦੇਖੋ ਸਟੂਡੈਂਟਸ, ਡਿਸਐਡਵਾਂਟੇਜਸ। ਹੁਣ ਤੁਹਾਨੂੰ ਪਤਾ ਹੈ ਜੇ ਅਗਰ ਕੋਈ ਨਾ ਕੋਈ ਐਡਵਾਂਟੇਜਸ ਹੁੰਦਾ ਤਾਂ ਡਿਸਐਡਵਾਂਟੇਜਸ ਵੀ ਕਿਸੇ ਹੋਏਗਾ ਹੀ ਹੋਏਗਾ। ਅੱਗੇ ਦੇਖੋ ਕਹਿੰਦੇ ਐਟੋਨੋਮੀ ਔਨ ਪੇਪਰ ਓਨਲੀ। ਹੁਣ ਮੈਂ ਤੁਹਾਨੂੰ ਦੱਸਿਆ ਪਹਿਲਾਂ ਆਪਾਂ ਪੜ੍ਹਿਆ ਕਿ ਇਹਦੇ ਵਿੱਚ ਪੋਲੀਟੀਕਲ ਇੰਟਰਫੇਰੈਂਸ ਕੀ ਹੁੰਦੀ ਹੈ, ਘੱਟ ਹੁੰਦੀ ਹੈ ਫਰੀ ਹੁੰਦੀ ਹੈ, ਪਰ ਇਹ ਸਿਰਫ ਕੀ ਹੁੰਦੀ ਹੈ ਦੇਖੋ, ਦ ਐਟੋਨੋਮੀ ਆਫ ਫਲੈਕਸੀਬਲ ਪਬਲਿਕ ਕਾਰਪੋਰੇਸ਼ਨ ਓਨਲੀ ਨੇਮ ਸ਼ੇਕ। ਠੀਕ ਹੈ, ਪ੍ਰੈਕਟੀਕਲੀ ਮਿਨਿਸਟਰ ਗੌਰਮੈਂਟ ਆਫੀਸ਼ੀਅਲ ਪੋਲੀਟੀਕਲ ਪਾਰਟੀ ਓਫਨ ਇੰਟਰਫੇਅਰ ਵਿਦ ਦਾ ਵਰਕਿੰਗ ਆਫ ਦਿਸ ਕਾਰਪੋਰੇਸ਼ਨ। ਕਹਿੰਦੇ ਇਹ ਨਾਮ ਦੀ ਹੀ ਮਤਲਬ ਐਟੋਨੋਮੀ ਹੈ ਕਿ ਹਾਂ ਵੀ ਪੋਲੀਟੀਕਲ ਇੰਟਰਫੇਅਰੈਂਸ ਨਹੀਂ ਹੁੰਦੀ, ਪਰ ਐਕਚੁਅਲ 'ਚ ਦੇਖਿਆ ਜਾਵੇ ਜਿਹੜੀ ਗਵਰਨਮੈਂਟ ਹੁੰਦੀ ਹੈ ਜਾਂ ਪੋਲੀਟੀਕਲ ਪਾਰਟੀਜ਼ ਹੁੰਦੀ ਹੈ ਬਹੁਤ ਇੰਟਰਫੇਅਰ ਕਰਦੀ ਹੈ ਇਹਨਾਂ ਦੇ ਕੰਮਾਂ 'ਚ। ਲੈਕ ਆਫ ਇਨੀਸ਼ੀਏਟਿਵ ਕਹਿੰਦੇ ਪਬਲਿਕ ਕਾਰਪੋਰੇਸ਼ਨ ਡੂ ਨਾਟ ਹੈਵ ਫੇਸ ਐਨੀ ਕੰਪੀਟੀਸ਼ਨ and are not guided by profit motive, so the employee do not take initiative to increase the profit and reduce loss. The losses of public corporation are made good by the government। ਕਹਿੰਦੇ ਇਨੀਸ਼ੀਏਟਿਵ ਨਹੀਂ ਮਿਲ ਪਾਉਂਦਾ, ਮਤਲਬ ਇਹਨਾਂ ਦਾ ਕੋਈ ਕੰਪੀਟੀਸ਼ਨ ਨਹੀਂ ਹੁੰਦਾ, ਤਾਂ ਜਿਹੜੇ ਇੰਪਲੋਈ ਹੁੰਦੇ ਨੇਗੇ ਉਹ ਜ਼ਿਆਦਾ ਐਫਰਟ ਨਹੀਂ ਕਰਦੇ ਹੈਗੇ ਕਿਉਂਕਿ ਕੰਪੀਟੀਸ਼ਨ ਨਹੀਂ ਫੇਸ ਕਰਦੇ। ਇਹਨਾਂ ਦੀ ਜਿਹੜੀ ਸੰਸਥਾ ਹੁੰਦੀ ਹੈ ਅਲੱਗ ਹੀ ਹੁੰਦੀ ਹੈ, ਕੰਪੀਟੀਸ਼ਨ ਨਹੀਂ ਹੁੰਦਾ, ਜਿਸ ਵਜ੍ਹਾ ਨਾਲ ਇਹ ਐਕਸਟਰਾ ਨਹੀਂ ਸੋਚਦੇ, ਜਿਸ ਦੇ ਨਾਲ ਕੀ ਹੈ ਇਹ ਜ਼ਿਆਦਾ ਆਪਣੀ ਔਰਗਨਾਈਜੇਸ਼ਨ ਨੂੰ ਸੰਸਥਾ ਨੂੰ ਫਾਇਦਾ ਜ਼ਿਆਦਾ ਨਹੀਂ ਦਿਲਾ ਸਕਦੇ। ਰਿਜਿਡ ਸਟਰਕਚਰ, ਇਹਨਾਂ ਦਾ ਜਿਹੜਾ ਸਟਰਕਚਰ ਹੁੰਦਾ ਉਹ ਕੀ ਹੁੰਦਾ, ਰਿਜਿਡ ਹੁੰਦਾ। ਦ ਆਬਜੈਕਟ ਐਂਡ ਪਾਵਰ ਆਫ ਪਬਲਿਕ ਕਾਰਪੋਰੇਸ਼ਨ ਆਰ ਡਿਫਾਈਨਡ ਬਾਏ ਦ ਐਕਟ and these can be amended only by amending the statute or the act। amending the act is a time consuming and complicated task। ਕਹਿੰਦੇ ਇਹਨਾਂ ਦਾ ਜਿਹੜਾ ਸਟਰਕਚਰ ਹੁੰਦਾ ਉਹ ਕੀ ਹੁੰਦਾ, ਰਿਜਿਡ ਹੁੰਦਾ। ਰਿਜਿਡ ਦਾ ਮਤਲਬ ਹੁੰਦਾ ਸਥਿਰ। ਕਹਿੰਦੇ ਇਹ ਕੀ ਹੈ, ਇਹ ਆਪਣੇ ਓਬਜੈਕਟ ਸੇ ਪਾਵਰ ਇਹ ਕੀ ਆਪਣੇ ਡਿਫਾਈਨ ਕਰਕੇ ਰੱਖਦੇ ਨੇ ਕਿ ਐਕਟ ਦੇ ਵਿੱਚ ਉਹਨਾਂ ਨੂੰ ਪਤਾ ਹੁੰਦਾ ਕਿ ਆਹ ਕੰਮ ਐਕਟ ਦੇ ਵਿੱਚ ਇਸ ਤਰੀਕੇ ਨਾਲ, ਆਹ ਕੰਮ ਐਵੇਂ ਆ। ਇਸ ਲਈ ਇਹਨਾਂ ਦਾ ਜਿਹੜਾ ਸਟਰਕਚਰ ਹੁੰਦਾ, ਜਿਹੜਾ ਢਾਂਚਾ ਬਣਿਆ ਹੁੰਦਾ ਉਹ ਸਥਿਰ ਰਹਿੰਦਾ ਹੈ, ਉਹ ਜ਼ਿਆਦਾ ਚੇਂਜਸ ਨਹੀਂ ਹੁੰਦੀਆਂ ਕਿਉਂਕਿ ਇਹ ਸਾਰੀ ਚੀਜ਼ਾਂ ਜੀ ਕੋਈ ਚੀਜ਼ ਹੀ ਨਹੀਂ ਛੱਡਦੇ ਜਿਹੜੇ ਦੇ ਵਿੱਚ ਉਹਨਾਂ ਨੇ ਨਾ ਡਿਫਾਈਨ ਕਰਕੇ ਹੋਵੇ। ਤਾਂ ਇਸ ਲਈ ਇਹ ਕੰਪਲੀਕੇਟਡ ਚੀਜ਼ਾਂ ਨੂੰ ਵੀ ਐਕਟ ਦੇ ਵਿੱਚ ਹੀ ਡਿਫਾਈਨ ਕਰ ਲੈਂਦੇ ਨੇ, ਤਾਂ ਇਹਨਾਂ ਦਾ ਸਟਰਕਚਰ ਜ਼ਿਆਦਾਤਰ ਰਿਜਿਡ ਰਹਿੰਦਾ ਜਿਹਦੇ ਵਿੱਚ ਚੇਂਜਸ ਨਹੀਂ ਹੋ ਪਾਉਂਦੀਆਂ। ਅਮੈਂਡਿੰਗ ਬਹੁਤ ਹੀ ਘੱਟ ਹੋਣ ਦੇ ਚਾਂਸ ਹੁੰਦੇ ਆ, ਜੇ ਅਗਰ ਅਮੈਂਡਿੰਗ ਕਰਨਾ ਵੀ ਹੁੰਦਾ ਤਾਂ ਬਹੁਤ ਜ਼ਿਆਦਾ ਟਾਈਮ ਖਾ ਜਾਂਦਾ, ਜਿਸ ਵਜ੍ਹਾ ਨਾਲ ਇਹ ਜ਼ਿਆਦਾ ਨਹੀਂ ਕਰ ਪਾਉਂਦੇ। ਅਨਫੇਅਰ ਪ੍ਰੈਕਟਿਸ, ਅਨਫੇਅਰ ਪ੍ਰੈਕਟਿਸ ਦੇ ਵਿੱਚ ਕੀ ਆਉਂਦਾ ਸਟੂਡੈਂਟਸ, the governing board of a public corporation may indulge in unfair practice। it may charge unduly high price to cover up inefficiency। ਇਹਦਾ ਮਤਲਬ ਕੀ ਹੁੰਦਾ, ਕਹਿੰਦੇ ਅਨਫੇਅਰ ਪ੍ਰੈਕਟਿਸ ਕਰਦੇ ਨੇ ਕਿਉਂਕਿ ਇਹਨਾਂ ਦਾ ਕੋਈ ਕੰਪੀਟੀਸ਼ਨ ਨਹੀਂ ਹੁੰਦਾ, ਇਹ ਆਪਣੀ ਮਨਮਰਜ਼ੀ ਨਾਲ ਹਾਈਲੀ ਚਾਰਜ ਕਰ ਲੈਂਦੇ ਨੇਗੇ। ਠੀਕ ਹੈ, ਜਿਸ ਵਜ੍ਹਾ ਨਾਲ ਪਬਲਿਕ ਨੂੰ ਵੀ ਨੁਕਸਾਨ ਹੁੰਦਾ। ਠੀਕ ਹੈ, ਸੂਟੇਬਿਲਿਟੀ ਕਿੱਥੇ, ਇੱਥੇ ਮੋਨੋਪਲੀ ਪਾਵਰਸ ਹੁੰਦੀਆਂ ਨੇਗੀਆਂ ਕਿਉਂਕਿ ਕੋਈ ਸੰਸਥਾ ਆਪਦੀ ਮਨਮਰਜ਼ੀ ਚਲਾਉਂਦੀ ਹੈ,
ਸਪੈਸ਼ਲ ਐਕਟ 'ਚ ਸਾਰਾ ਕੁਝ ਡਿਫਾਈਨ ਹੁੰਦੀਆਂ ਨੇ। ਇਹ 'ਚ ਰੈਗੂਲਰ ਗ੍ਰਾਂਟਸ ਹੁੰਦੀਆਂ ਗੌਰਮੈਂਟ ਦੀਆਂ, ਠੀਕ ਹੈ। ਇਹ ਕੀ ਹੈ, ਠੀਕ ਹੈ, ਵੇਅਰ ਦਾ ਅੰਡਰਟੇਕਿੰਗ ਰਿਕੁਆਇਰ ਐਪਰੋਪ੍ਰੀਏਟ ਕੰਬੀਨੇਸ਼ਨ ਆਫ ਪਬਲਿਕ ਅਕਾਊਂਟੇਬਿਲਿਟੀ ਐਂਡ ਆਪਰੇਸ਼ਨ ਐਟੋਨੋਮੀ ਹੁੰਦੇ ਨੇਗੇ। ਮਤਲਬ ਇਹ ਇਹਨਾਂ ਦੀ ਜਿਹੜੀ ਜਵਾਬਦੇਹੀ ਰਹਿੰਦੀ ਹੈ ਪਬਲਿਕ ਨੂੰ ਰਹਿੰਦੀ ਹੈ, ਪਾਰਲੀਮੈਂਟ ਨੂੰ ਰਹਿੰਦੀ ਹੈ, ਠੀਕ ਹੈ, ਜਿਸ ਵਜ੍ਹਾ ਨਾਲ ਇਹ ਸਿਸਟਮ ਇਹਦੇ ਅੰਦਰ ਸੂਟੇਬਲ ਹੁੰਦਾ। ਅੱਗੇ ਦੇਖੋ ਕੇਸ ਸਟੱਡੀ ਕੀ ਆ। ਕੇਸ ਸਟੱਡੀ ਦੇਖੋ ਸਟੂਡੈਂਟਸ, ਕਹਿੰਦੇ ਵਿਦ ਇਨੈਕਟਮੈਂਟ ਆਫ LIC ਐਕਟ 1956 in autonomy body life insurance corporation of India are formed। The act define power, duty, function, separate legal entity, it is fully owned by government। देखिए आ सारी केस स्टडी ਦਿੱਤੀ ਹੋਈ ਆ। ਕਹਿੰਦੇ another name the type of public sector enterprise। ਕਹਿੰਦੇ ਹੁਣ ਤੁਹਾਨੂੰ ਪਤਾ ਹੈ ਪਬਲਿਕ ਕਿਉਂਕਿ LIC ਤੁਹਾਨੂੰ ਉਹਦੇ ਵਿੱਚ ਹੀ ਆਉਂਦੀ ਹੈ, ਪਬਲਿਕ ਕਾਰਪੋਰੇਸ਼ਨ ਹੈ, ਸਟੈਚੂਰੀ ਕਾਰਪੋਰੇਸ਼ਨ। ਹੁਣ ਇਹਨੇ ਪੁੱਛਿਆ LIC ਦਾ ਐਕਟ ਕੀ ਹੈ ਇਹਦੇ ਅੰਦਰ, ਤਾਂ 1956 ਉਰੇ ਵੀ ਲਿਖਿਆ ਹੋਇਆ 1956। ਤਾਂ ਸਟੈਚੂਰੀ ਕਾਰਪੋਰੇਸ਼ਨ ਕੀ ਹੈ ਇਹਦੇ ਅੰਦਰ। ਹੁਣ ਜੇਕਰ ਆਪਾਂ ਕੁਐਸਚਨ ਪੜ੍ਹਾਂਗੇ ਤਾਂ ਸਟੈਚੂਰੀ ਕਾਰਪੋਰੇਸ਼ਨ ਕੀ ਹੈ ਇਹਦੇ ਅੰਦਰ। देखो ਅੱਗੇ पढ़ो। separate it is formed owned by government independence financial policy can raise for borrowing however not subject to budgetary accounting or audit control like railways। it annual report presented parliament every year। ਕਹਿੰਦੇ ਹੁਣ ਇਹਨਾਂ ਇਹ ਸਾਰੀ ਕੇਸ ਸਟੱਡੀ ਆਪਾਂ ਪੜ੍ਹੀ ਆ। ਹੁਣ ਜੇਕਰ LIC ਦੀ ਗੱਲ ਕਰੀਏ, LIC ਤਾਂ ਮੈਂਸ਼ਨ ਹੈਗਾ। ਜੇਕਰ ਅਦਰ ਕੋਈ ਹੋਰ ਸਟੈਚੂਰੀ ਕਾਰਪੋਰੇਸ਼ਨ ਵਿੱਚ ਜ਼ਰੂਰੀ ਨਹੀਂ ਹੈਗਾ ਤੁਸੀਂ ONGC ਹੀ ਲਿਖਣਾ, SBI ਵੀ ਲਿਖ ਸਕਦੇ ਹੋ, ਇਹ ਕੋਈ ਜ਼ਰੂਰੀ ਨਹੀਂ ਹੈਗਾ। ਕਹਿੰਦੇ ਫੀਚਰ ਦੱਸੋ, ਤਾਂ ਹੁਣ ਫੀਚਰ ਕੀ ਦੱਸੋਗੇ ਇਹਦੇ ਵਿੱਚ। ਜ਼ਿਆਦਾਤਰ ਕੀ ਹੈ, ਇੱਕ ਸੈਪਰੇਟ ਲੀਗਲ ਐਂਟਿਟੀ ਹੁੰਦੀ ਹੈ, ਫਾਈਨੈਂਸ਼ੀਅਲ ਐਟੋਨੋਮੀ ਹੁੰਦਾ। ਕੋਈ ਵੀ ਫੀਚਰ ਲਿਖ ਦਿਓ ਤੁਸੀਂ, ਹੁਣ ਮੈਂ ਪਿੱਛੇ ਫੀਚਰ ਪੜ੍ਹਾਏ ਹੋਏ ਨੇ ਕਿ ਉਹਨਾਂ ਦੇ ਵਿੱਚ ਹੀ ਦੱਸਣਾ। ਸਿੰਪਲ ਸੀਗਾ, ਇਹਦੇ ਵਿੱਚ ਕੋਈ ਹੈ ਨਹੀਂ ਸੀ ਖਾਸ ਕੇਸ ਸਟੱਡੀ ਦੇ ਵਿੱਚ। ਇਸ ਤਰੀਕੇ ਨਾਲ ਪੇਪਰ ਦੇ ਵਿੱਚ ਕੇਸ ਸਟੱਡੀ ਆਉਂਦੀ ਹੈ ਤਾਂ ਇਸ ਹਿਸਾਬ ਨਾਲ ਤੁਸੀਂ ਸੋਲਵ ਕਰਨਾ ਹੁੰਦਾ, ਅਸੀਂ ਆਹ ਯਾਦ ਰੱਖਣਾ।